ਗੁਰਾਂ ਦਾ ਸਮੁੱਚਾ ਪਰਿਵਾਰ ਇਸ ਪੋਹ ਦੇ ਮਹੀਨੇ ਦੇ ਵਿੱਚ ਜਿਹੜੇ ਦਿਨ ਸਾਧ ਸੰਗਤ ਚੱਲ ਰਹੇ ਨੇ, ਇਹਨਾਂ ਦਿਨਾਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆਉਣ ਵਾਲੇ ਦਿਨ ਨੇ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ। ਤੇ ਸਾਧ ਸੰਗਤ ਜਦੋਂ ਆਪਾਂ ਇਤਿਹਾਸ ਪੜ੍ਹਾਂਗੇ, ਇਤਿਹਾਸ ਦੇ ਵਿੱਚ ਉਹ ਨਾਮ ਹੀ ਆਉਣਗੇ ਸੁਨਹਿਰੀ ਅੱਖਰਾਂ ਨਾਲ ਲਿਖੇ ਹੋਏ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਕੇ ਹੁਕਮਾਂ ਨੂੰ ਮੰਨਿਆ, ਸੇਵਾ ਕੀਤੀ, ਆਪਾ ਭਾਵ ਕੁਰਬਾਨ ਕਰ ਦਿੱਤਾ। ਉਹ ਗੁਰਸਿੱਖ ਮਹਾਨ ਕਰਨੀ ਵਾਲੇ, ਉਹਨਾਂ ਦਾ ਵੀ ਬਹੁਤ ਵੱਡਾ ਸਤਿਕਾਰ ਹੈ ਇਤਿਹਾਸ ਦੇ ਵਿੱਚ। ਜਦੋਂ ਇਤਿਹਾਸ ਪੜ੍ਹੀਏ ਤੇ ਸਾਧ ਸੰਗਤ ਸਾਡੇ ਸਾਹਮਣੇ ਇਤਿਹਾਸ ਦੇ ਉਹ ਪੰਨੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਦੀ ਧਰਤੀ ਤੇ ਸ਼ਹੀਦ ਹੋਣ ਵਾਸਤੇ ਤੋਰਦੇ ਨੇ ਤੇ ਸਤਿਗੁਰੂ ਦੀ ਸ਼ਹਾਦਤ ਹੁੰਦੀ ਹੈ। ਸਤਿਗੁਰਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚਦੇ ਨੇ ਤੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਜੈਤੇ ਨੂੰ ਗੱਲ ਨਾਲ ਲਾ ਕੇ ਕਹਿੰਦੇ, ਰੰਗਰੇਟਾ ਗੁਰੂ ਕਾ ਬੇਟਾ। ਹੁਣ ਜਿਸ ਨੂੰ ਸਤਿਗੁਰੂ ਨੇ ਬੇਟਾ ਕਹਿ ਕੇ ਮਾਣ ਦਿੱਤਾ, ਉਹ ਗੁਰਸਿੱਖ ਦੀ ਕਮਾਈ ਕਿੰਨੀ ਵੱਡੀ ਹੋਏਗੀ, ਸਾਡਾ ਸਿਰ ਝੁਕ ਜਾਂਦਾ ਹੈ ਉਹਨਾਂ ਦੀ ਕਮਾਈ ਦੇ ਅੱਗੇ। ਤੇ ਸਾਧ ਸੰਗਤ ਉਸ ਦਿਨ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਡਟ ਕੇ ਖਲੋਣ ਦਾ, ਮੁਕਾਬਲਾ ਕਰਨ ਦੀ ਤਿਆਰੀ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ। ਹਜ਼ੂਰ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਲ੍ਹੇ ਤਿਆਰ ਕਰਵਾਏ ਨੇ। ਤਿਆਰ ਬਰ ਤਿਆਰ ਸਿੰਘਾਂ ਦੀ ਫੌਜ ਜਿਹੜੀ ਹੈ ਉਹ ਕਾਇਮ ਕੀਤੀ। ਸੱਚੇ ਪਾਤਸ਼ਾਹ ਨੇ ਬਹੁਤ ਵਧੀਆ ਨਸਲ ਦੇ ਘੋੜੇ, ਚੰਗੇ ਸ਼ਸਤਰ ਆਪਣੇ ਪਾਸ ਰੱਖੇ ਤੇ ਅਸਾਮ ਦਾ ਰਾਜਾ ਰਤਨ ਰਾਏ ਉਹ ਸੱਚੇ ਪਾਤਸ਼ਾਹ ਜੀ ਵਾਸਤੇ ਪ੍ਰਸਾਦੀ ਹਾਥੀ ਲੈ ਕੇ ਆਉਂਦਾ ਹੈ, 5 ਕਲਾ ਸ਼ਸਤਰ ਲੈ ਕੇ ਆਉਂਦਾ ਹੈ, ਬਹੁਤ ਬੇਸ਼ੁਮਾਰ ਕੀਮਤੀ ਸ਼ਮਿਆਨੇ ਲੈ ਕੇ ਆਉਂਦਾ ਏ, ਚੰਦਨ ਦੀ ਚੌਂਕੀ ਲੈ ਕੇ ਆਉਂਦਾ ਹੈ। ਇਹੋ ਜਿਹੀਆਂ ਬਹੁਤ ਮੁੱਲੀਆਂ ਵਸਤੂਆਂ ਸਨ ਜਿਹੜੀਆਂ ਉਸ ਵੇਲੇ ਹਿੰਦੁਸਤਾਨ ਦੇ ਕਿਸੇ ਵੀ ਰਾਜੇ ਦੇ ਕੋਲ ਨਹੀਂ ਹਨ। ਮਹਾਰਾਜ ਦੀ ਸ਼ਾਨੋ ਸ਼ੌਕਤ ਵੇਖ ਕੇ 22 ਧਾਰ ਦੇ ਹਿੰਦੂ ਪਹਾੜੀ ਰਾਜੇ ਮਹਾਰਾਜ ਨਾਲ ਈਰਖਾ ਕਰਨ ਲੱਗ ਪੈਂਦੇ ਨੇ ਤੇ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਣਜੀਤ ਨਗਾਰਾ ਤਿਆਰ ਕਰਵਾਉਂਦੇ ਨੇ। ਸੱਚੇ ਪਾਤਸ਼ਾਹ ਜਦੋਂ ਉਸ ਨਗਾਰੇ ਤੇ ਚੋਟ ਲਵਾਉਂਦੇ ਤੇ ਸਭਨਾਂ ਦੇ ਅੰਦਰ ਜੋਸ਼ ਪੈਦਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਜਦੋਂ ਮਰ ਜੀਵੜਿਆਂ ਦੀ ਫੌਜ ਤਿਆਰ ਕਰ ਲਈ ਨਾ, ਤੇ 22 ਧਾਰ ਦੇ ਪਹਾੜੀ ਰਾਜਿਆਂ ਦੇ ਅੰਦਰ ਤੌਖਲਾ ਪੈਦਾ ਹੋ ਗਿਆ ਕਿ ਕਿਤੇ ਗੋਬਿੰਦ ਰਾਏ ਜੀ ਆਪਣੀ ਇਹ ਸ਼ਾਨੋ ਸ਼ੌਕਤ ਨੂੰ ਵਧਾ ਰਹੇ ਨੇ, ਕਰਦਿਆਂ ਕਰਦਿਆਂ ਕਿਤੇ ਸਾਡੇ ਰਾਜ ਭਾਗ ਸਾਡੇ ਕੋਲੋਂ ਖੋਹ ਨਾ ਲੈਣ। ਅੰਦਰ ਡਰ ਪੈਦਾ ਹੋ ਗਿਆ। ਯਤਨ ਕਰਦੇ ਰਹਿੰਦੇ ਨੇ ਵੀ ਕੋਈ ਸਮਾਂ ਮਿਲੇ ਸਾਨੂੰ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕਰਕੇ ਸੱਚੇ ਪਾਤਸ਼ਾਹ ਨੂੰ ਡਰਾ ਦਈਏ, ਵੱਧ ਰਹੀ ਸ਼ਕਤੀ ਨੂੰ ਰੋਕ ਦਈਏ। ਯਤਨ ਕਰਦੇ ਰਹਿੰਦੇ ਨੇ ਤੇ ਮਹਾਰਾਜ ਉਹਨਾਂ ਦਿਨਾਂ ਦੇ ਅੰਦਰ ਪਾਉਂਟਾ ਸਾਹਿਬ ਦੀ ਧਰਤੀ ਤੇ ਗਏ ਨੇ। ਜਦੋਂ ਪਾਉਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਪਹੁੰਚੇ, 22 ਧਾਰ ਦੇ ਪਹਾੜੀ ਰਾਜਿਆਂ ਨੇ ਸਕੀਮ ਬਣਾਉਣੀ ਸ਼ੁਰੂ ਕਰ ਦਿੱਤੀ। ਕਹਿੰਦੇ ਹੁਣ ਸਤਿਗੁਰੂ ਆਨੰਦਪੁਰ ਸਾਹਿਬ ਤੋਂ ਬਾਹਰ ਗਏ ਹੋਏ ਨੇ, ਆਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਨੇ ਕਿਲ੍ਹੇ ਉਸਾਰੇ ਨੇ, ਉਹਨਾਂ ਕਿਲ੍ਹਿਆਂ ਦੇ ਵਿੱਚ ਜਾ ਕੇ ਸੱਚੇ ਪਾਤਸ਼ਾਹ ਦਾ ਮੁਕਾਬਲਾ ਅਸੀਂ ਕਰ ਨਹੀਂ ਸਕਦੇ। ਪਾਉਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਬੈਠੇ ਨੇ, ਉੱਥੇ ਜਾ ਕੇ ਸੱਚੇ ਪਾਤਸ਼ਾਹ ਤੇ ਹਮਲਾ ਕਰ ਦਈਏ, ਮਹਾਰਾਜ ਦੀ ਵੱਧ ਰਹੀ ਸ਼ਕਤੀ ਨੂੰ ਰੋਕ ਦਈਏ ਤਾਂ ਕਿ ਸਾਡੇ ਰਾਜ ਭਾਗ ਸਲਾਮਤ ਰਹਿਣ। ਅੰਦਰ ਈਰਖਾ ਬੜੀ ਪੈਦਾ ਹੋਈ ਨਾ ਰਾਜਿਆਂ ਦੇ। ਇਧਰ ਸਾਧ ਸੰਗਤ ਗੁਰੂ ਕੇ ਹੁਕਮਾਂ ਨੂੰ ਸਤ ਸਤ ਕਰਕੇ ਮੰਨਣ ਵਾਲਾ, ਜਿਹਦੇ ਅੰਦਰ
ਗੁਰੂ ਦੇ ਲਈ ਇੰਨੀ ਭਾਵਨਾ ਹੈ, ਉਹਨੇ ਆਪਣਾ ਸਾਰਾ ਕੁਝ ਗੁਰੂ ਤੋਂ ਕੁਰਬਾਨ ਕੀਤਾ ਹੋਇਆ ਹੈ। ਉਹ ਮਹਾਨ ਵਿਅਕਤੀ ਜਿਨ੍ਹਾਂ ਨੂੰ ਆਪਾਂ ਸਤਿਕਾਰ ਦੇ ਨਾਲ ਪੀਰ ਬੁੱਧੂ ਸ਼ਾਹ ਸਡੋਰੇ ਵਾਲਾ ਕਰਕੇ ਜਾਣਦੇ ਹਾਂ, ਸਿਰ ਝੁਕਦਾ ਹੈ ਉਹਨਾਂ ਦੀ ਕੁਰਬਾਨੀ ਦੇ ਅੱਗੇ, ਉਹਨਾਂ ਦੀ ਕਮਾਈ ਦੇ ਅੱਗੇ। ਗੁਰੂ ਪਾਤਸ਼ਾਹ ਨਾਲ ਬੜਾ ਸਨੇਹ ਹੈ ਪੀਰ ਬੁੱਧੂ ਸ਼ਾਹ ਦਾ। ਤੇ ਸਾਧ ਸੰਗਤ ਜੀ, ਪੀਰ ਬੁੱਧੂ ਸ਼ਾਹ ਇਹਦੇ ਕਈ ਮੁਰੀਦ ਹਨ ਤੇ ਉਹਨਾਂ ਦਿਨਾਂ ਦੇ ਵਿੱਚ ਸ਼ਾਹੀ ਫੌਜ ਦੇ ਵਿੱਚੋਂ 500 ਪਠਾਣਾਂ ਨੂੰ ਕਿਸੇ ਛੋਟੀ ਜਿਹੀ ਗਲਤੀ ਕਰਕੇ ਨੌਕਰੀ ਤੋਂ ਹਟਾ ਦਿੱਤਾ ਗਿਆ। ਉਹ ਸਾਰੇ ਪੀਰ ਬੁੱਧੂ ਸ਼ਾਹ ਸਡੋਰੇ ਵਾਲੇ ਦੇ ਮੁਰੀਦ ਸਨ, ਜਾਣਦੇ ਸਨ। ਤੇ ਉਹਨਾਂ ਨੇ ਪੀਰ ਜੀ ਨੂੰ ਬੇਨਤੀ ਕੀਤੀ ਵੀ ਸਾਡਾ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਫੌਜ ਦੇ ਵਿੱਚੋਂ ਸਾਨੂੰ ਕੱਢ ਦਿੱਤਾ ਗਿਆ ਹੈ, ਸਾਡੇ ਤੇ ਕਿਰਪਾ ਕਰੋ, ਸਾਡਾ ਕਿਤੇ ਨੌਕਰੀ ਦਾ ਕੋਈ ਵਸੀਲਾ ਬਣਾਓ। ਤੇ ਪੀਰ ਬੁੱਧੂ ਸ਼ਾਹ ਸਡੋਰੇ ਵਾਲੇ ਨੇ ਆ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਆਉਣ ਵਾਲੇ ਸਮੇਂ ਵਿੱਚ ਜ਼ੁਲਮ ਦੇ ਟਾਕਰੇ ਦੇ ਲਈ ਤਿਆਰੀ ਕਰ ਰਹੇ ਹੋ, ਤੁਹਾਨੂੰ ਤੇ ਲੋੜ ਹੈ ਫੌਜਾਂ ਦੀ, ਸ਼ਸਤਰਾਂ ਦੀ, ਸਿਪਾਹੀਆਂ ਦੀ, ਤੇ ਕਿਰਪਾ ਕਰੋ ਆ 500 ਪਠਾਨ ਜਿਹੜੇ ਨੇ ਸ਼ਾਹੀ ਫੌਜਾਂ ਦੇ ਵਿੱਚੋਂ ਕਿਸੇ ਛੋਟੀ ਜਿਹੀ ਗਲਤੀ ਕਰਕੇ ਇਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਇਹਨਾਂ ਨੂੰ ਬੜੀ ਲੋੜ ਹੈ, ਤੇ ਜੇ ਕਿਰਪਾ ਕਰਕੇ ਆਪ ਆਪਣੇ ਕੋਲ ਰੱਖ ਲਓ, ਨੌਕਰੀ ਤੇ ਇਹਨਾਂ ਦਾ ਗੁਜ਼ਾਰਾ ਵੀ ਚੱਲੀ ਜਾਏਗਾ ਤੇ ਆਪ ਜੀ ਦੇ ਦਰ ਤੇ ਰਹਿ ਕੇ ਸੇਵਾ ਕਰਨਗੇ। ਮਹਾਰਾਜ ਨੇ ਆਖਿਆ ਠੀਕ ਹੈ ਪੀਰ ਜੀ, ਜੇ ਤੁਸੀਂ ਇਹਨਾਂ ਦੀ ਸਿਫਾਰਿਸ਼ ਕਰਦੇ ਹੋ ਤੇ ਇਹਨਾਂ ਨੂੰ ਰੱਖ ਲੈਨੇ ਆ। ਪੀਰ ਬੁੱਧੂ ਸ਼ਾਹ ਸਡੋਰੇ ਵਾਲਿਆਂ ਦੀ ਸਿਫਾਰਿਸ਼ ਤੇ 500 ਪਠਾਣਾਂ ਨੂੰ ਮਹਾਰਾਜ ਨੇ ਫੌਜ ਦੇ ਵਿੱਚ ਭਰਤੀ ਕਰ ਲਿਆ। ਇਧਰ 22 ਧਾਰ ਦੇ ਹਿੰਦੂ ਪਹਾੜੀ ਰਾਜ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਤੇ ਹਮਲਾ ਕਰਨ ਵਾਸਤੇ ਪਹੁੰਚ ਰਹੇ ਨੇ। ਮਹਾਰਾਜ ਨੂੰ ਖਬਰ ਮਿਲੀ ਤੇ ਸੱਚੇ ਪਾਤਸ਼ਾਹ ਨੇ ਵੀ ਤਿਆਰੀ ਆਰੰਭ ਕਰ ਦਿੱਤੀ। ਮਹਾਰਾਜ ਕਹਿੰਦੇ ਨੇ ਕੋਈ ਖੁੱਲੀ ਜਗ੍ਹਾ ਜਿੱਥੇ ਜੰਗ ਯੁੱਧ ਕੀਤਾ ਜਾ ਸਕੇ, ਫੌਜਾਂ ਦਾ ਮੁਕਾਬਲਾ ਕੀਤਾ ਜਾ ਸਕੇ, ਹੁਣ ਭੰਗਾਣੀ ਦਾ ਅਸਥਾਨ ਜਿੱਥੇ ਫਿਰ ਯੁੱਧ ਹੋਇਆ। ਜਦੋਂ ਸਾਧ ਸੰਗਤ ਯੁੱਧ ਦੀ ਖਬਰ ਮਿਲੀ, 22 ਧਾਰ ਦੇ ਹਿੰਦੂ ਪਹਾੜੀ ਰਾਜੇ ਸਾਰੇ ਇਕੱਠੇ ਹੋ ਕੇ ਮਹਾਰਾਜ ਤੇ ਹਮਲਾ ਕਰਨ ਲੱਗੇ ਨੇ। ਇਹ ਖਬਰ ਸੁਣੀ ਤੇ ਜਿਹੜੇ 500 ਪਠਾਨ ਸੱਚੇ ਪਾਤਸ਼ਾਹ ਦੇ ਕੋਲ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਵਾਏ ਸਨ, ਉਹ ਸਾਰੇ ਹੀ ਭੱਜ ਗਏ, ਡਰ ਕੇ ਨਿਕਲ ਗਏ। ਪੀਰ ਜੀ ਕੋਲ ਖਬਰ ਪਹੁੰਚੀ, ਬੜਾ ਦੁੱਖ ਮਹਿਸੂਸ ਕੀਤਾ ਇਸ ਗੱਲ ਦਾ, ਤੇ ਉਧਰੋਂ ਪਤਾ ਲੱਗਾ ਕਿ ਮਹਾਰਾਜ ਦੇ ਉੱਪਰ ਹਮਲਾ ਹੋ ਗਿਆ। ਫਿਰ ਪੀਰ ਬੁੱਧੂ ਸ਼ਾਹ ਸਡੋਰੇ ਵਾਲੇ ਆਪਣੇ ਭਰਾਵਾਂ ਸਮੇਤ, ਪੁੱਤਰਾਂ ਸਮੇਤ ਅਤੇ 700 ਆਪਣੇ ਮੁਰੀਦ, ਆਪਣੇ ਚੇਲੇ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ। ਕਹਿਣ ਲੱਗੇ ਮਹਾਰਾਜ ਜੇ 500 ਪਠਾਨ ਭੱਜ ਗਏ ਨੇ ਤੇ ਕੋਈ ਗੱਲ ਨਹੀਂ, ਮੈਂ ਆਪ ਆਇਆ ਹਾਂ, ਮੇਰੇ ਪੁੱਤਰ ਆਏ ਨੇ, ਭਰਾ ਆਏ ਨੇ, 700 ਮੁਰੀਦ ਆਏ ਨੇ, ਮਹਾਰਾਜ ਇਹ ਦੁਸ਼ਮਣਾਂ ਦਾ ਮੁਕਾਬਲਾ ਕਰਨਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੂਆ ਦੇ ਪੁੱਤਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਜੀ, ਹੋਰ ਬੇਅੰਤ ਗੁਰ ਸਿੱਖ ਜਿਹੜੇ ਸੱਚੇ ਪਾਤਸ਼ਾਹ ਦੇ ਨਾਲ ਸਨ, ਸਾਰਿਆਂ ਨੇ ਡਟ ਕੇ ਮੁਕਾਬਲਾ ਕੀਤਾ 22 ਧਾਰ ਦੇ ਪਹਾੜੀ ਰਾਜਿਆਂ ਦਾ। ਗਹਿ ਗੱਜ ਦੀ ਲੜਾਈ ਦੇ ਅੰਦਰ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਜੰਗ ਦੇ ਦਰਮਿਆਨ ਪੀਰ ਬੁੱਧੂ ਸ਼ਾਹ ਸਡੋਰੇ ਵਾਲਾ, ਉਹਦੇ 2 ਪੁੱਤ ਵੀ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਬੀਬੀ ਵੀਰੋ, ਉਹਨਾਂ ਦੇ 2 ਪੁੱਤਰ ਭਾਈ ਸੰਗੋ ਸ਼ਾਹ ਤੇ ਜੀਤ ਮੱਲ, ਉਹ ਵੀ ਸ਼ਹੀਦ ਹੋਏ। ਹੋਰ ਬੇਅੰਤ ਸਿੰਘ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ ਨੂੰ ਇਸ ਜੰਗ ਦੇ ਵਿੱਚ ਫਤਿਹ ਪੰਜਾਬੀ ਮਿਲੀ, ਜਿੱਤ ਪ੍ਰਾਪਤ ਹੋਈ। ਤੇ ਇਸੇ ਹੀ ਧਰਤੀ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ, ਜਿਸ ਵੇਲੇ ਮਹਾਰਾਜ
ਜੰਗ ਜਿੱਤ ਕੇ ਆਏ ਤੇ ਆਉਂਦਿਆਂ ਖਬਰ ਮਿਲੀ ਕਿ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਏ। ਤੇ ਸੱਚੇ ਪਾਤਸ਼ਾਹ ਜੀ ਨੇ ਜੰਗ ਜਿੱਤਣ ਦੀ ਖੁਸ਼ੀ ਦੇ ਵਿੱਚ ਸਾਹਿਬਜ਼ਾਦੇ ਦਾ ਨਾਮ ਹੀ ਅਜੀਤ ਸਿੰਘ ਰੱਖ ਦਿੱਤਾ। ਹੁਣ ਸਾਧ ਸੰਗਤ, ਜੰਗ ਮਹਾਰਾਜ ਨੇ ਜਿੱਤ ਲਈ। ਹੁਣ ਵੇਖਿਓ ਨਕਸ਼ਾ, ਜਿਹੜੇ ਲੋਕ ਗੁਰੂ ਨੂੰ ਪ੍ਰੇਮ ਕਰਨ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਹਰ ਇੱਕ ਕਰਮ ਜ਼ਿੰਦਗੀ ਦਾ ਗੁਰੂ ਦੇ ਹੁਕਮ ਵਿੱਚ ਰਹਿ ਕੇ ਕਰਦੇ ਨੇ, ਉਹ ਕਿਵੇਂ ਆਪਾ ਗੁਰੂ ਤੋਂ ਕੁਰਬਾਨ ਕਰਦੇ ਨੇ। ਹੁਣ ਆਪਣੇ 700 ਮੁਰੀਦ, ਆਪਣੇ ਭਰਾ, ਆਪਣੇ 2 ਪੁੱਤ ਸ਼ਹੀਦ ਕਰਾਉਣ ਵਾਲੇ ਪੀਰ ਬੁੱਧੂ ਸ਼ਾਹ ਮਹਾਰਾਜ ਦੇ ਕੋਲ ਆਏ ਨੇ। ਤੇ ਸੱਚੇ ਪਾਤਸ਼ਾਹ ਉਸ ਵੇਲੇ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਨੇ। ਤੇ ਕੰਘਾ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਛੋਟੀ ਦਸਤਾਰ ਆਪਣੇ ਸੀਸ ਤੇ ਸਜਾਉਣੀ ਸੀ। ਜਿਸ ਵੇਲੇ ਪੀਰ ਬੁੱਧੂ ਸ਼ਾਹ ਮਹਾਰਾਜ ਨੂੰ ਆ ਕੇ ਮਿਲੇ ਤੇ ਸੱਚੇ ਪਾਤਸ਼ਾਹ ਜੀ ਪੀਰ ਬੁੱਧੂ ਸ਼ਾਹ ਦੀ ਇਸ ਕੁਰਬਾਨੀ ਤੋਂ ਖੁਸ਼ ਹੋਏ। ਕਹਿੰਦੇ, ਪੀਰ ਜੀ ਸੱਚਮੁੱਚ ਤੁਸੀਂ ਬੋਲ ਪੁਗਾਏ ਨੇ। ਆਖਿਆ ਜੇ 500 ਪਠਾਨ ਭੱਜ ਗਏ ਨੇ ਤੇ ਮੈਂ ਆਪ ਆਪਣੇ ਪੁੱਤਰਾਂ ਨੂੰ, ਭਰਾਵਾਂ ਨੂੰ, ਆਪਣੇ ਮੁਰੀਦ ਚੇਲਿਆਂ ਨੂੰ ਲੈ ਕੇ ਆਇਆ। ਮਹਾਰਾਜ ਆਪ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਆਪ ਦੀ ਇਹ ਕੁਰਬਾਨੀ, ਇਸ ਭਾਵਨਾ ਤੋਂ ਮੈਂ ਬੜਾ ਪ੍ਰਸੰਨ ਹੋਇਆ। ਪੀਰ ਜੀ ਕੁਝ ਮੰਗ ਲਓ। ਤੇ ਸਾਧ ਸੰਗਤ ਉਸ ਵੇਲੇ ਪੀਰ ਬੁੱਧੂ ਸ਼ਾਹ ਨੇ ਇੱਕੋ ਹੀ ਗੱਲ ਆਖੀ। ਕਹਿਣ ਲੱਗੇ, ਮਹਾਰਾਜ ਆਪ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਹੋ ਤੇ ਕਿਰਪਾ ਕਰੋ ਇਹ ਜਿਹੜਾ ਕੰਘਾ, ਇਹਦੇ ਵਿੱਚ ਕੁਝ ਕੇਸ ਵੀ ਹਨ ਆਪ ਜੀ ਦੇ ਮੁਬਾਰਕ। ਕਿਰਪਾ ਕਰਕੇ ਜੇ ਤਰੁੱਠੇ ਹੋ ਤਾਂ ਇਹ ਦਾਤ ਮੇਰੀ ਝੋਲੀ ਦੇ ਵਿੱਚ ਪਾ ਦਿਓ। ਤੇ ਸਾਧ ਸੰਗਤ, ਅੱਜ ਸਾਨੂੰ ਸੋਚਣਾ ਪਵੇਗਾ, ਏਡੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਦਾਤ ਆਪਣੀ ਝੋਲੀ ਦੇ ਵਿੱਚ ਪਵਾਈ। ਕਿੰਨੀ ਕੁ ਕੀਮਤੀ ਦਾਤ ਹੈ, ਕੰਘੇ ਦੀ ਦਾਤ, ਕੇਸਾਂ ਦੀ ਦਾਤ। ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ। ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਦੀ ਸੰਭਾਲ ਨਹੀਂ ਕਰ ਰਹੇ। ਕੇਸਾਂ ਦੀ ਕਿੱਡੀ ਵੱਡੀ ਅਹਿਮੀਅਤ ਹੈ। ਕਹਿੰਦੇ, ਮਹਾਰਾਜ ਇਹ ਦਾਤ ਦੇ ਦਿਓ, ਤਰੁੱਠੇ ਹੋ ਤਾਂ। ਸੱਚੇ ਪਾਤਸ਼ਾਹ ਨੇ ਆਪਣਾ ਕੰਘਾ ਤੇ ਸਿਰ ਦੇ ਕੇਸ ਜਦੋਂ ਵਾਹੁੰਦਿਆਂ ਹੋਇਆਂ ਕੁਝ ਕੇਸ ਵੀ ਕੰਘੇ ਵਿੱਚ ਅੜੇ ਨੇ, ਪੀਰ ਬੁੱਧੂ ਸ਼ਾਹ ਦੀ ਝੋਲੀ ਦੇ ਵਿੱਚ ਪਾਇਆ। ਨਾਲ ਸੱਚੇ ਪਾਤਸ਼ਾਹ ਨੇ ਇੱਕ ਛੋਟੀ ਦਸਤਾਰ ਜਿਹੜੀ ਸੀ ਉਹ ਵੀ ਪੀਰ ਜੀ ਨੂੰ ਭੇਟ ਕੀਤੀ। ਇਹ ਦਾਤਾਂ ਪੀਰ ਜੀ ਨੇ ਲੈ ਲਈਆਂ ਮਹਾਰਾਜ ਦੇ ਕੋਲੋਂ। ਤੇ ਸਾਧ ਸੰਗਤ, ਦਾਤ ਕੋਈ ਛੋਟੀ ਨਹੀਂ ਹੈ। ਇਹ ਦਾਤ ਕੋਈ ਛੋਟੀ ਨਹੀਂ, ਬਹੁਤ ਵੱਡੀ ਦਾਤ ਹੈ ਜਿਹੜੀ ਏਡੀ ਵੱਡੀ ਕੁਰਬਾਨੀ ਤੋਂ ਬਾਅਦ ਮਿਲੀ ਹੈ। ਤੇ ਜਿਸ ਦੇ ਬਾਰੇ ਕੇਸਾਂ ਦੀ ਗੱਲ ਕਰਦਿਆਂ ਹੋਇਆਂ ਭਾਈ ਨੰਦ ਲਾਲ ਸਿੰਘ ਕਹਿੰਦੇ ਨੇ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਜ਼ਕ ਤਾਰ ਮੁਏ ਜ਼ਾਰ ਮਾਂ। ਕਹਿੰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦੇ ਮੁਬਾਰਕ ਸੋਹਣੇ ਕੇਸਾਂ ਦੀ ਇੱਕ ਤਾਰ ਤੋਂ ਮੈਂ ਦੀਨ ਤੇ ਦੁਨੀਆ ਦੋਵੇਂ ਕੁਰਬਾਨ ਕਰਦੇ ਹਾਂ। ਏਡੀ ਵੱਡੀ ਦਾਤ ਅੱਜ ਪੀਰ ਜੀ ਨੂੰ ਮਿਲ ਗਈ। ਤੇ ਸਾਧ ਸੰਗਤ, ਸਤਿਗੁਰੂ ਦੇ ਕੋਲੋਂ ਇਹ ਦਾਤ ਲੈ ਕੇ ਪੀਰ ਬੁੱਧੂ ਸ਼ਾਹ ਸਡੋਰੇ ਵਾਲੇ ਆਪਣੇ ਪਿੰਡ ਚਲੇ ਗਏ। ਘਰਵਾਲੀ ਨੂੰ, ਬੀਬੀ ਨਸੀਰਾਂ ਨੂੰ ਬੜਾ ਫਿਕਰ ਸੀ ਕਿ ਪੀਰ ਜੀ ਗਏ ਨੇ, ਪਤਾ ਨਹੀਂ ਜੰਗ ਵਿੱਚ ਕੀ ਬਣਿਆ ਹੈ। ਜਦੋਂ ਪੀਰ ਜੀ ਘਰ ਆਏ ਤੇ ਘਰ ਆ ਕੇ ਪੀਰ ਜੀ ਨੂੰ ਘਰਵਾਲੀ ਕਹਿਣ ਲੱਗੀ, ਸਾਈਂ ਜੀ ਆ ਗਏ ਹੋ। ਤੇ ਵੇਖਿਆ ਪੀਰ ਜੀ ਦੇ ਨਾਲ 2 ਪੁੱਤਰ ਆਏ ਨੇ। 2 ਪੁੱਤਰ ਨਜ਼ਰ ਨਹੀਂ ਆਏ। ਕਹਿਣ ਲੱਗੀ, ਸਾਈਂ ਜਦੋਂ ਤੁਸੀਂ ਗਏ ਸੀ 4 ਪੁੱਤ ਨਾਲ ਤੁਹਾਡੇ ਗਏ ਸੀ, ਪਰ ਹੁਣ 2 ਨੇ, ਦੂਜੇ 2 ਕਿੱਥੇ ਨੇ? ਤੇ ਘਰਵਾਲੀ ਨੂੰ ਹੌਸਲਾ ਦੇ ਕੇ ਕਹਿਣ ਲੱਗੇ ਹੌਸਲੇ ਨਾਲ ਗੱਲ ਸੁਣੀ। ਹੌਸਲੇ ਨਾਲ ਜਿਹੜੀ ਗੱਲ ਮੈਂ ਤੈਨੂੰ ਦੱਸਣ ਲੱਗਾ, ਕੋਈ ਮਾਂ ਇਹ ਗੱਲ ਸੁਣਨਾ ਨਹੀਂ ਚਾਹੁੰਦੀ। ਤੇ ਜਦੋਂ ਪੀਰ ਬੁੱਧੂ ਸ਼ਾਹ ਨੇ ਹੌਸਲਾ ਦੇ ਕੇ, ਧੀਰਜ ਦੇ ਕੇ, ਬੜੇ ਠਰਮੇ ਦੇ ਨਾਲ ਗੱਲ ਦੱਸੀ। ਕਹਿਣ ਲੱਗਾ, ਤੇਰੇ 2 ਪੁੱਤ ਮੈਂ ਕੁਰਬਾਨ ਕਰ ਆਇਆ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ। ਜਦੋਂ ਇਹ ਗੱਲ ਆਖੀ ਨਾ, ਤੇ ਪੀਰ ਬੁੱਧੂ ਸ਼ਾਹ ਦੀ ਘਰਵਾਲੀ ਨੇ ਲੰਮਾ ਹੌਕਾ ਭਰਿਆ ਤੇ ਰੋਣ ਲੱਗ ਪਈ।
ਕਹਿਣ ਲੱਗਾ ਤੈਨੂੰ ਆਖਿਆ ਸੀ ਧਿਆਨ ਨਾਲ ਸੁਣੀ ਠਰਮੇ ਨਾਲ। ਕੋਈ ਵੀ ਮਾਂ ਆਪਣੇ ਪੁੱਤਰਾਂ ਦੀ ਸ਼ਹਾਦਤ ਦੀ ਗੱਲ ਸੁਣ ਨਹੀਂ ਸਕਦੀ। ਤੇ ਭੈਣ ਨਸੀਰਾਂ, ਉਸ ਬੀਬੀ ਨਸੀਰਾਂ ਨੇ ਹਉਕਾ ਭਰਿਆ, ਕਹਿਣ ਲੱਗੀ ਸਾਈਆਂ ਮੈਂ ਇਸ ਕਰਕੇ ਨਹੀਂ ਰੋਂਦੀ ਕਿ ਮੇਰੇ 2 ਸ਼ਹੀਦ ਕਿਉਂ ਹੋ ਗਏ, ਮੈਂ ਤਾਂ ਇਸ ਕਰਕੇ ਰੋ ਰਹੀ ਹਾਂ ਮੇਰੇ 4 ਹੀ ਕੁਰਬਾਨ ਕਿਉਂ ਨਹੀਂ ਹੋ ਗਏ। ਗੁਰੂ ਨੇ 2 ਪੁੱਤ ਮੇਰੇ ਪ੍ਰਵਾਨ ਕਰ ਲਏ, ਦੂਜੇ 2 ਕਿਉਂ ਨਹੀਂ ਪ੍ਰਵਾਨ ਕੀਤੇ। ਤੇ ਸਾਧ ਸੰਗਤ, ਇਹ ਹੈ ਭਾਵਨਾ। ਜਿਨ੍ਹਾਂ ਨੇ ਆਪਾਂ ਕੁਰਬਾਨ ਕੀਤਾ ਹੋਵੇ ਗੁਰੂ ਤੋਂ, ਉਹਨਾਂ ਦੀ ਏਡੀ ਉੱਚੀ ਭਾਵਨਾ ਹੁੰਦੀ ਹੈ। ਕਹਿੰਦੀ ਮੈਂ ਤਾਂ ਇਸ ਕਰਕੇ ਰੋ ਰਹੀ ਹਾਂ ਮੇਰੇ 2 ਪੁੱਤ ਗੁਰੂ ਨੇ ਮੋੜ ਕਿਉਂ ਦਿੱਤੇ, ਇਹ ਵੀ ਕੁਰਬਾਨ ਕਿਉਂ ਨਹੀਂ ਹੋ ਗਏ, ਇਹ ਵੀ ਗੁਰੂ ਚਰਨਾਂ ਤੋਂ ਬਲਿਹਾਰੇ ਕਿਉਂ ਨਹੀਂ ਗਏ। ਤੇ ਪੀਰ ਬੁੱਧੂ ਸ਼ਾਹ ਕਹਿਣ ਲੱਗੇ ਆ ਦਾਤ ਸਤਿਗੁਰੂ ਦੇ ਕੋਲੋਂ ਮੈਂ ਲੈ ਕੇ ਆਇਆ। ਕੇਸਾਂ ਸਮੇਤ ਕੰਘਾ ਤੇ ਸੱਚੇ ਪਾਤਸ਼ਾਹ ਕੋਲੋਂ ਮਿਲੀ ਦਸਤਾਰ ਜਦੋਂ ਬੀਬੀ ਨਸੀਰਾਂ ਨੂੰ ਦਿੱਤੀ, ਉਹਨੇ ਘੁੱਟ ਕੇ ਕਾਲਜੇ ਨਾਲ ਲਾਈਆਂ ਸਤਿਗੁਰੂ ਦੀਆਂ ਇਹ ਨਿਸ਼ਾਨੀਆਂ। ਅੱਜ ਤੀਕ ਇਹ ਨਿਸ਼ਾਨੀਆਂ ਉੱਥੇ ਸਲਾਮਤ ਨੇ, ਸੰਗਤ ਦਰਸ਼ਨ ਕਰਦੀ ਜਾ ਕੇ। ਜਿਨ੍ਹਾਂ ਨੇ ਆਪਾ ਭਾਵ ਗੁਰੂ ਨੂੰ ਕੁਰਬਾਨ ਕੀਤਾ, ਏਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਉਹ ਗੁਰੂ ਦੀਆਂ ਖੁਸ਼ੀਆਂ ਲੈਂਦੇ ਸਾਧ ਸੰਗਤ। ਤੇ ਜਦੋਂ ਭੰਗਾਣੀ ਦੇ ਯੁੱਧ ਤੋਂ ਬਾਅਦ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ। ਹੁਣ 22 ਧਾਰ ਦੇ ਹਿੰਦੂ ਪਹਾੜੀ ਰਾਜੇ ਈਰਖਾ ਨਾਲ ਭਰੇ ਹੋਏ, ਉਹਨਾਂ ਨੇ ਵੇਖਿਆ ਕਿ ਭੰਗਾਣੀ ਦੇ ਯੁੱਧ ਵਿੱਚ ਸਾਡਾ ਕੋਈ ਜ਼ੋਰ ਨਹੀਂ ਚੱਲਿਆ, ਅਸੀਂ ਮਹਾਰਾਜ ਤੋਂ ਹਾਰ ਖਾ ਕੇ ਭੱਜੇ ਹਾਂ। ਹੁਣ ਅਸੀਂ ਸ਼ਾਹੀ ਫੌਜਾਂ ਦਾ ਜਿਹੜਾ ਆਸਰਾ ਲਈਏ ਤੇ ਸੱਚੇ ਪਾਤਸ਼ਾਹ ਨੂੰ ਫਿਰ ਘੇਰਾ ਪਾਈਏ। ਤੇ ਸਾਧ ਸੰਗਤ, ਇਹਨਾਂ ਸਾਰੇ ਪਹਾੜੀ ਰਾਜਿਆਂ ਨੇ ਮਿਲ ਕੇ ਸੂਬੇ ਸਰਹੰਦ ਦੀ ਮਦਦ ਲਈ ਕਸ਼ਮੀਰ ਤੋਂ ਫੌਜਾਂ ਮੰਗਾਈਆਂ, ਦਿੱਲੀ ਤੋਂ, ਲਾਹੌਰ ਤੋਂ, ਸਾਰੀਆਂ ਫੌਜਾਂ ਨੂੰ ਇਕੱਠਿਆਂ ਕਰਕੇ ਇਹਨਾਂ ਨੇ ਫਿਰ ਵਾਰ-ਵਾਰ ਅਨੰਦਪੁਰ ਸਾਹਿਬ ਦੇ ਉੱਪਰ ਹਮਲੇ ਕੀਤੇ। ਵਾਰ-ਵਾਰ ਹਮਲੇ ਕਰਦੇ ਨੇ, ਹਾਰ ਦਾ ਮੂੰਹ ਵੇਖਣਾ ਪੈਂਦਾ। ਫਿਰ ਇਹਨਾਂ ਨੇ ਸਕੀਮ ਬਣਾਈ, ਕਿਉਂ ਨਾ ਲਗਾਤਾਰ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖੀਏ। ਲੰਮਾ ਘੇਰਾ ਪਾ ਕੇ ਰੱਖਾਂਗੇ, ਰਸਤ ਪਾਣੀ ਮੁੱਕ ਜਾਏਗਾ, ਭੁੱਖ ਦੇ ਦੁੱਖੋਂ ਸਿੰਘ ਤੰਗ ਹੋ ਕੇ ਆਪਣੇ ਆਪ ਹੀ ਕਿਲਾ ਛੱਡ ਕੇ ਬਾਹਰ ਆ ਜਾਣਗੇ। ਗੁਰੂ ਪਾਤਸ਼ਾਹ ਜੀ ਹਾਰ ਮੰਨ ਲੈਣਗੇ। ਇਸ ਵਾਸਤੇ ਲੰਮਾ ਘੇਰਾ ਪਾਇਆ ਗਿਆ। ਸੋ ਉਸ ਲੰਮੇ ਘੇਰੇ ਦਰਮਿਆਨ ਕਿਵੇਂ ਸਿੰਘ ਭੁੱਖ ਦੇ ਨਾਲ, ਦੁੱਖ ਦੇ ਨਾਲ ਮੁਕਾਬਲਾ ਕਰਦੇ, ਇਹਨਾਂ ਫੌਜਾਂ ਦਾ ਵੀ ਮੁਕਾਬਲਾ ਕਰਦੇ ਨੇ। ਸਬਰ ਤੇ ਸਿਦਕ ਕਾਇਮ ਹੈ, ਸਿੰਘ ਡੋਲੇ ਨਹੀਂ, ਡੋਲੇ ਨਹੀਂ ਸਿੰਘ। ਕਿਵੇਂ ਸਿੰਘਾਂ ਨੇ ਇਸ ਲੰਮੇ ਘੇਰੇ ਦਰਮਿਆਨ ਗੁਰੂ ਕੀ ਆਗਿਆ ਵਿੱਚ ਰਹਿ ਕੇ ਆਪਾਂ ਗੁਰੂ ਤੋਂ ਕਿਵੇਂ ਕੁਰਬਾਨ ਕੀਤਾ, ਕਿਵੇਂ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਪਰਿਵਾਰ ਦਾ ਵਿਛੋੜਾ, ਇਹ ਇਤਿਹਾਸ ਆਉਣ ਵਾਲੇ ਦੀਵਾਨਾਂ ਵਿੱਚ ਸਾਂਝਾ ਕਰਾਂਗੇ। ਤੇ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਿਹੜੇ ਗੁਰੂ ਕੇ ਭੈ ਵਿੱਚ ਰਹਿੰਦੇ, ਜੋ ਸਿੱਖ ਗੁਰ ਕਾਰ ਕਮਾਵੇਂ ਹੋਂ ਗੁਲਮ ਤਿਨਾ ਕਾ ਗੋਲੀਆ। ਕਹਿੰਦੇ ਮੈਂ ਉਹਨਾਂ ਦਾ ਗੁਲਾਮ, ਮੈਂ ਉਹਨਾਂ ਦਾ ਗੋਲਾ ਬਣਨਾ ਚਾਹੁੰਦਾ ਜਿਹੜੇ ਸਿੱਖ ਗੁਰੂ ਦੇ ਹੁਕਮ ਵਿੱਚ ਰਹਿ ਕੇ ਕਾਰ ਕਮਾਉਂਦੇ, ਜ਼ਿੰਦਗੀ ਜਿਉਂਦੇ ਨੇ। ਹਰ ਰੰਗ ਚਲੂਲੇ ਜੋ ਰਤੇ ਤਿੰਨ ਭਿੰਨੀ ਹਰ ਰੰਗ ਚੋਲੀਆ। ਕਹਿੰਦੇ ਉਹਨਾਂ ਦੀ ਚੋਲੀ ਨਾਮ ਰੰਗ ਵਿੱਚ ਭਿੱਜੀ ਹੋਈ ਹੈ। ਉਹਨਾਂ ਦੇ ਸਰੀਰ ਨੂੰ, ਤਨ ਨੂੰ, ਮਨ ਨੂੰ ਗੂੜਾ ਰੰਗ ਚੜ ਜਾਂਦਾ ਹੈ, ਜਿਨ੍ਹਾਂ ਅੰਦਰ ਪ੍ਰੇਮ ਪੈਦਾ ਹੋ ਗਿਆ। ਵਾਹਿਗੁਰੂ ਉਹਨਾਂ ਦੇ ਤਨ ਮਨ ਨੂੰ ਰੰਗ ਲਾ ਦਿੰਦਾ ਹੈ, ਉਹਨਾਂ ਦਾ ਤਨ ਤੇ ਮਨ ਰੰਗਿਆ ਜਾਂਦਾ ਹੈ। ਕਰ ਕਿਰਪਾ ਨਾਨਕ ਮੇਲ ਗੁਰ ਪੈ ਸਿਰ ਵਿੱਚ ਅਮੋਲੀਆ। ਤੇ ਨਾਨਕ ਗੁਰੂ ਸਾਹਿਬ ਜੀ ਇੱਥੇ ਬੇਨਤੀ ਕਰਦੇ ਨੇ, ਹੇ ਪ੍ਰਭੂ ਕਿਰਪਾ ਕਰ, ਮੈਨੂੰ ਵੀ ਐਸਾ ਸਤਿਗੁਰੂ ਮਿਲੇ ਜਿਹੜਾ ਵਿਚੋਲਾ ਬਣ ਕੇ ਮੇਰਾ ਮਿਲਾਪ ਪ੍ਰਭੂ ਚਰਨਾਂ ਨਾਲ ਕਰਵਾ ਦੇਵੇ। ਮੈਂ ਆਪਣਾ ਸਿਰ ਵੀ ਗੁਰੂ ਨੂੰ ਵੇਚ ਦੇਵਾਂਗਾ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦੇਵਾਂਗਾ। ਤੇ ਗੁਰੂ ਦਾ ਬਿਰਦ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸੀਠ। ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ
ਜਿਨ੍ਹਾਂ ਤੁਰੇ ਪਿਆ ਸੰਜੋਗ। ਗੁਰੂ ਸਾਹਿਬ ਰਹਿਮਤ ਕਰਨ। ਆਪਾਂ ਵੀ ਗੁਰੂ ਕੇ ਚਰਨਾਂ ਵਿੱਚ ਆ ਕੇ ਸੰਗਤ ਕਰੀਏ ਸਤਿਗੁਰੂ ਦੀ। ਅਰਦਾਸ ਕਰੀਏ ਮਹਾਰਾਜ ਸਾਡੇ ਅੰਦਰ ਵੀ ਵਿਛੋੜੇ ਦੀ ਬਿਰਹ ਦੀ ਤੜਪ ਪੈਦਾ ਹੋ ਜਾਏ। ਸਾਡੇ ਅੰਦਰ ਵੀ ਇਹ ਚਾਹ ਹੋਵੇ ਕਿ ਅਸੀਂ ਗੁਰੂ ਕੀ ਸੰਗਤ ਵਿੱਚ ਜਾਣਾ ਹੈ, ਗੁਰੂ ਕੇ ਦਰਸ਼ਨ ਕਰਨੇ ਨੇ, ਗੁਰਬਾਣੀ ਪੜ੍ਹਨੀ ਹੈ, ਵਿਚਾਰਨੀ ਹੈ। ਜੇ ਚਾਹ ਜਦੋਂ ਅੰਦਰ ਪੈਦਾ ਹੋ ਗਿਆ, ਪਿਆਸ ਤੇ ਤੜਪ ਪੈਦਾ ਹੋ ਗਈ, ਫਿਰ ਜਦੋਂ ਅਸੀਂ ਭਾਵਨਾ ਬਣਾ ਕੇ ਸੱਚੇ ਪਾਤਸ਼ਾਹ ਦੇ ਦਰ ਤੇ ਆਵਾਂਗੇ ਤੇ ਫਿਰ ਪ੍ਰਭੂ ਚਰਨਾਂ ਨਾਲ ਸਾਡਾ ਮੇਲ ਹੋਏਗਾ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਪ੍ਰਭੂ ਦਾ ਵਾਸਾ ਸੰਗਤ ਦੇ ਵਿੱਚ ਹੈ। ਤੇ ਮੈਂ ਬੇਨਤੀ ਕਰਾਂ, ਸੰਗਤ ਵਿੱਚ ਆਉਣ ਵਾਲਿਆਂ ਦੀ ਭਾਵਨਾ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਕੱਲ ਤੁਸੀਂ ਦਰਬਾਰ ਸਾਹਿਬ ਵੇਖਿਆ ਹੋਵੇਗਾ, ਸ਼ਾਮ ਦੇ ਸਮੇਂ ਇੱਕ ਛੋਟੀ ਉਮਰ ਦਾ ਕੋਈ ਅਣਪਛਾਤਾ ਵਿਅਕਤੀ ਸੰਗਤ ਦੇ ਵਿੱਚ ਆਇਆ, ਆ ਕੇ ਮਹਾਰਾਜ ਦੇ ਦਰਸ਼ਨ ਨੇ ਕੀਤੇ, ਸਗੋਂ ਆ ਕੇ ਬੇਅਦਬੀ ਕਰਨ ਦੀ ਭਾਵਨਾ ਦੇ ਨਾਲ ਜੰਗਲਾ ਟੱਪ ਕੇ ਅੰਦਰ ਜਾ ਕੇ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਪਈ ਹੋਈ ਇਤਿਹਾਸਕ ਕਿਰਪਾਨ ਉਹਨੇ ਚੁੱਕ ਲਈ ਤੇ ਆਖਰਕਾਰ ਉਸ ਬੇਅਦਬੀ ਕਰਨ ਵਾਲੇ ਦਾ ਹਸ਼ਰ ਜਿਹੜਾ ਹੈ ਉਹ ਫਿਰ ਬੜਾ ਮਾੜਾ ਹੋਇਆ। ਸਿੰਘਾਂ ਨੇ ਉਸ ਮੌਕੇ ਤੇ ਹੀ ਫੜ ਕੇ ਉਹਦਾ ਸੋਧਾ ਲਾਇਆ। ਸੋ ਆਉਣ ਵਾਲੇ ਸਮੇਂ ਵਿੱਚ ਵੀ ਇੱਕ ਨਸੀਹਤ ਹੈ ਐਸੇ ਲੋਕਾਂ ਦੇ ਲਈ ਕਿ ਜਿਹੜੇ ਗੁਰੂ ਦੇ ਦਰ ਤੇ ਆ ਕੇ ਝੁਕ ਜਾਂਦੇ ਨੇ। ਗੁਰੂ ਉਹਨਾਂ ਨੂੰ ਮਾਣ ਤੇ ਵਡਿਆਈ ਦਿੰਦਾ, ਬਾਦਸ਼ਾਹੀ ਬਖਸ਼ ਦਿੰਦਾ ਹੈ। ਪਰ ਜਿਹੜੇ ਇਉਂ ਆ ਕੇ ਗੁਰੂ ਘਰ ਦੇ ਅੰਦਰ ਬੇਅਦਬੀ ਕਰਨ ਦੀ ਜੁਰਤ ਕਰਨਗੇ, ਸਿੱਖ ਕੌਮ ਸਿੰਘ ਕਦੇ ਵੀ ਉਹਨਾਂ ਨੂੰ ਬਖਸ਼ਣਗੇ ਨਹੀਂ। ਪੁਰਾਤਨ ਰਵਾਇਤਾਂ ਦੇ ਮੁਤਾਬਕ ਐਸੇ ਲੋਕਾਂ ਨੂੰ ਸੋਧਾ ਲਾਇਆ ਜਾਏਗਾ। ਸੋ ਆਉਣ ਵਾਲੇ ਸਮੇਂ ਵਿੱਚ ਵੀ ਵੱਡੀ ਨਸੀਹਤ ਹੈ। ਤਾਂ ਮੈਂ ਬੇਨਤੀ ਕਰਾਂ, ਸਾਰੇ ਹੀ ਗੁਰੂ ਘਰਾਂ ਦੇ ਅੰਦਰ ਜਿੰਨੇ ਵੀ ਪ੍ਰਬੰਧਕ ਹਨ, ਜਿੰਨੇ ਵੀ ਸੇਵਾਦਾਰ ਨੇ, ਗ੍ਰੰਥੀ ਸਿੰਘ ਨੇ, ਸੰਗਤਾਂ ਨੇ, ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪ ਤਨਦੇਹੀ ਦੇ ਨਾਲ ਗੁਰੂ ਘਰਾਂ ਦੀ ਪਹਿਰੇਦਾਰੀ ਕਰੀਏ, ਤਾਂ ਕਿ ਕੋਈ ਵੀ ਸਿਰ ਫਿਰਿਆ ਬੰਦਾ ਇਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਅਸੀਂ ਆਪ ਸੁਚੇਤ ਹੋਈਏ ਤਾਂ ਹੀ ਗੁਰੂ ਘਰਾਂ ਦੇ ਅੰਦਰ ਐਸੀਆਂ ਘਟਨਾਵਾਂ ਨੂੰ ਅਸੀਂ ਰੋਕ ਸਕਦੇ ਹਾਂ। ਸੋ ਸੱਚੇ ਪਾਤਸ਼ਾਹ ਜੀ ਸਮੁੱਚੇ ਪੰਥ ਨੂੰ, ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਆਪਣੇ ਦਰ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਨਾ ਚਿਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।